ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ। ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ। तेरा तुझको सौंपते। क्या लागे मेरा, क्या लागे मेरा। प्यारे जो किस है सो तेरा, मेरी यत कोई चीज ना। जो कुछ है सो तेरा, मेरी यत कोई चीज ना। जो किस है सो तेरा, मेरी यत कोई चीज ना। प्यारे जो किस है सो तेरा, मेरी यत कोई चीज ना। मेरे हथ जी कोई चीज ना, मेरी हथ जी कोई चीज ना। प्यारे जो किस है सो तेरा, मेरी हथ कोई चीज ना। जो किस है सो तेरा,
ਮੇਰੀ ਐਤ ਕੋਈ ਚੀਜ਼ ਨਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪਣੀ ਰਸਨਾ ਪਵਿੱਤਰ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦੇ ਬਹੁਤ ਹੀ ਵੱਡੇ ਭਾਗ ਨੇ। ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਮਾਨ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਕੀ ਸੰਗਤ ਰੱਬ ਜੀ ਕਹਿ ਕੇ ਬੁਲਾਇਆ ਕਰਦੇ, ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਗੁਰਮੁਖ ਪਿਆਰੇ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਹਰ ਸਾਲ ਇਹਨਾਂ ਦਿਨਾਂ ਨੂੰ ਮੁੱਖ ਰੱਖ ਕੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਂਦੇ ਨੇ। ਅਤੇ ਨਾਲ ਹੀ ਜੋ ਮਹਾਂਪੁਰਖਾਂ ਦੀ ਸੰਗਤ ਹੈ, ਕਿਉਂਕਿ ਪੂਰਬਲੇ ਕਰਮਾਂ ਕਰਕੇ ਹੀ ਮਹਾਂਪੁਰਖਾਂ ਦੀ ਸੰਗਤ ਦੇ ਨਾਲ ਪ੍ਰੇਮ ਬਣਿਆ ਕਰਦਾ ਹੈ। ਮਹਾਂਪੁਰਖਾਂ ਦੀ ਸੰਗਤ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਸੱਦੇ ਭੇਜ ਕੇ ਆਪਣੇ ਗ੍ਰਹਿ ਵਿਖੇ ਸਤ ਸੰਗਤ ਦਾ ਪ੍ਰੋਗਰਾਮ ਉਲੀਕਦੇ ਨੇ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਸੰਗਤ ਕੀ ਹੈ? ਸੰਗਤ ਉਹ ਜਗ੍ਹਾ ਹੈ ਜਿੱਥੇ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਗੱਲ ਹੁੰਦੀ ਹੈ। ਪਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ ਹੈ। ਗੁਰੂ ਮਹਾਰਾਜ ਜੀ ਕਹਿੰਦੇ, ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਬਖਾਣੀਏ। ਪਰਮਾਤਮਾ ਦੇ ਨਾਮ ਦੀ ਮਹਿਮਾ ਜਿਹਦੇ ਹਿਰਦੇ ਵਿੱਚ ਵਸ ਜਾਵੇ ਤਾਂ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨੇ, ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ, ਨਾਮ ਕੀ ਮਹਿਮਾ ਸੰਤ ਰਿਦ ਵਸੇ, ਸੰਤ ਪ੍ਰਤਾਪ ਦੁਰਤ ਸਭ ਨਸੇ। ਸੰਤ ਕਾ ਸੰਗ ਬੜ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ। ਨਾਮ ਤੁਲ ਕੁਸ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੀ ਮਹਿਮਾ ਜਿਹਦੇ ਹਿਰਦੇ ਵਿੱਚ ਸਾਧ ਸੰਗਤ ਜੀ, ਉੱਥੇ ਕੇਵਲ ਇੱਕ ਨਾਮ ਹੀ ਪ੍ਰਧਾਨ ਹੈ। ਕਿਉਂਕਿ
ਜੋ ਪ੍ਰਧਾਨਗੀ ਹੈ ਉਹ ਪ੍ਰਮਾਤਮਾ ਦੇ ਨਾਮ ਨੂੰ ਹੈ। ਮਹਾਰਾਜ ਕਹਿੰਦੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੇ ਅਵਮਾਨ। ਅਵਮਾਨ ਉਦੋਂ ਹੀ ਮਿਟਦਾ ਹੈ ਜਦੋਂ ਨਾਮ ਵਸਦਾ ਹੈ। ਇਸ ਕਰਕੇ ਆਓ ਸਮਾਂ ਆਪਾਂ ਸੰਕੋਚ ਕੇ ਲਾਈਏ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦੇ ਹੋਏ ਉਹਨਾਂ ਸਮਿਆਂ ਵਿੱਚ ਵੀ ਬੜੀ ਆਬਾਦੀ ਸੀ, ਪਰ ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਿਦਾਰੇ ਸੀਗੇ ਉਹਨਾਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਘਰ ਜਾ ਕੇ ਦਰਸ਼ਨ ਬਖਸ਼ਿਆ ਕਰਦੇ, ਜਿਸ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਤੁਰੋਂ ਹੀ ਮੱਥੇ ਤੇ ਲਿਖਿਆ ਤੈਨੂੰ ਸਤਿਗੁਰ ਆਣ ਮਿਲਦੇ। ਤੁਰੋਂ ਹੀ ਮੱਥੇ ਤੇ ਲਿਖਿਆ ਤੈਨੂੰ ਸਤਿਗੁਰ ਆਣ ਮਿਲਦੇ। ਜਿਨ੍ਹਾਂ ਤੁਰੋਂ ਹੀ ਮੱਥੇ ਦੇ ਉੱਤੇ ਲਿਖਿਆ ਤੈਨੂੰ ਸਤਿਗੁਰ ਆਣ ਮਿਲਦੇ। ਤੁਰੋਂ ਹੀ ਮੱਥੇ ਤੇ ਲਿਖਿਆ ਤੈਨੂੰ ਸਤਿਗੁਰ ਆਣ ਮਿਲਦੇ। ਤੈਨੂੰ ਸਤਿਗੁਰ ਜੀ ਆਣ ਮਿਲਦੇ। ਤੈਨੂੰ ਸਤਿਗੁਰ ਜੀ ਆਣ ਮਿਲਦੇ। ਆਣ ਮਿਲਦੇ। ਤੈਨੂੰ ਸਤਿਗੁਰ ਜੀ ਆਣ ਮਿਲਦੇ। ਜਿਨ੍ਹਾਂ ਤੁਰੋਂ ਹੀ ਮੱਥੇ ਦੇ ਉੱਤੇ ਲਿਖਿਆ ਤੈਨੂੰ ਸਤਿਗੁਰ ਆਣ ਮਿਲਦੇ। ਤੁਰੋਂ ਹੀ ਮੱਥੇ ਤੇ ਲਿਖਿਆ ਤੈਨੂੰ ਸਤਿਗੁਰ ਆਣ ਮਿਲਦੇ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਾਣਨਾ ਬੜੀ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪੇ ਕਿਰਪਾ ਕਰਦੇ ਨੇ, ਆਪੇ ਕਿਰਪਾ ਕਰਕੇ ਜਣਾਉਂਦੇ ਨੇ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਜਗਤ ਜਲੰਧਰ ਨੂੰ ਤਾਰਦੇ ਹੋਏ ਨਗਰ ਦੇ ਬਾਹਰ ਜਾ ਕੇ ਬੈਠ ਜਾਂਦੇ ਨੇ। ਉੱਥੇ ਨਗਰ ਦੇ ਵਿੱਚ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ। ਦੂਰੋਂ ਦੂਰੋਂ ਲੋਕ ਚੱਲ ਕੇ ਆ ਰਹੇ ਨੇ, ਪੰਗਤਾਂ ਲੱਗੀਆਂ ਹੋਈਆਂ ਨੇ ਅਤੇ ਸੱਦੇ ਭੇਜੇ ਜਾ ਰਹੇ ਨੇ। ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਕੋਈ ਰਹਿ ਨਾ ਜਾਵੇ, ਪਰ ਕੁਦਰਤੀ ਕਿਸੇ ਗੁਰਮੁਖ ਪਿਆਰੇ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਭਾਈ ਬਾਲਾ ਤੇ ਮਰਦਾਨਾ ਜੀ ਕੁਦਰਤੀ ਨਿਗਾਹ ਪਏ। ਉਹਨੇ ਜਾ ਕੇ ਆਖਿਆ ਵੀ ਹੋਰ ਤਾਂ ਸਾਰੇ ਜਲ ਪਾਣੀ ਛਕਣ ਆ ਗਏ ਨੇ, ਉਹ ਤਿੰਨ ਫਕੀਰ ਰੱਬ ਦੇ ਪਿਆਰੇ, ਕੱਪੜਿਆਂ ਤੋਂ ਫਕੀਰ ਜਾਣਨਾ ਇੱਕ ਵੱਖਰਾ ਵਿਸ਼ਾ ਹੈ, ਪਰ ਸਾਧ ਸੰਗਤ ਜੀ ਅੰਦਰੋਂ ਫਕੀਰ ਹੋਣਾ ਇਹ ਗੁਰੂ ਨਾਨਕ ਮਹਾਰਾਜ ਦੀ ਦਾਤ ਤੋਂ ਬਿਨਾਂ ਨਹੀਂ ਹੋਇਆ ਜਾਂਦਾ। ਕਹਿੰਦੇ ਫਕੀਰ ਲੱਗਦੇ ਨੇ ਤਾਂ ਹੁਕਮ ਹੋਇਆ ਕਿ ਉਹਨਾਂ ਨੂੰ ਵੀ ਲਿਆਓ ਬੁਲਾ ਕੇ। ਜਦੋਂ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਵੀ ਭੰਡਾਰੇ ਵਿੱਚ ਜਾ ਕੇ ਭੋਜਨ ਛਕੋ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਭੰਡਾਰੇ ਵਿੱਚ ਚਲੇ ਗਏ। ਜਦੋਂ ਭੰਡਾਰੇ ਵਿੱਚ ਜਾ ਕੇ ਥਾਲ ਸਜ ਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ ਤਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਭੰਡਾਰਾ ਕਰਵਾ ਰਿਹਾ ਸੀਗਾ ਭਾਈ ਦੁਨੀ ਚੰਦ, ਉਹਨਾਂ ਨੂੰ ਕੋਲ ਸੱਦ ਕੇ ਆਖਿਆ, ਕਹਿੰਦੇ ਭਾਈ ਕਿਸ ਮਕਸਦ ਵਾਸਤੇ ਤੁਸੀਂ ਇਹ ਭੰਡਾਰਾ ਕੀਤਾ ਹੈ? ਦੁਨੀ ਚੰਦ ਨੇ ਆਖਿਆ ਕਿ ਸਾਡੇ ਪਿਤਾ ਜੀ ਬਹੁਤ ਸਮਾਂ ਪਹਿਲਾਂ ਉਹ ਰੱਬ ਨੂੰ ਪਿਆਰੇ ਹੋ ਗਏ ਸੀਗੇ। ਅਸੀਂ ਉਹਨਾਂ ਦੇ ਨਿਮਿੱਤ ਹਰ ਸਾਲ ਭੰਡਾਰਾ ਕਰਦੇ ਹਾਂ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹੋਰ ਤਾਂ ਕੋਈ ਕਾਰਨ ਨਹੀਂ। ਕਹਿੰਦੇ ਨਹੀਂ ਮਹਾਰਾਜ, ਅਸੀਂ ਸਾਲ ਤੇ ਬਾਅਦ ਉਹਨਾਂ ਦੇ ਨਿਮਿੱਤ ਇਹ ਭੰਡਾਰਾ ਕਰਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਦੁਨੀ ਚੰਦ, ਕਿਤਨੇ ਲੋਕ ਤੇਰੇ ਘਰ ਦੇ ਵਿੱਚ ਆ ਕੇ ਪੰਗਤਾਂ ਵਿੱਚ ਬੈਠ ਕੇ ਭੰਡਾਰਾ ਛਕ ਕੇ ਚਲੇ ਗਏ ਨੇ, ਕੁਛ ਛਕ ਰਹੇ ਨੇ, ਕਈਆਂ ਨੇ ਛਕਣ ਆਉਣਾ ਹੈ ਅਜੇ।
ਪਰ ਤੂੰ ਇਹ ਗੱਲ ਦੱਸ ਵੀ ਜਿਹਦੇ ਨਿਮਿੱਤ ਤੂੰ ਭੰਡਾਰਾ ਕਰ ਰਿਹਾ ਹੈ ਤੇਰੇ ਪਿਤਾ ਦੇ, ਕਹਿੰਦੇ ਤੈਨੂੰ ਖਿਆਲ ਆ ਕਿ ਤੇਰਾ ਪਿਤਾ ਕਿੱਥੇ ਹੈ? ਜਦੋਂ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਆਖੀ, ਹੁਣ ਜਿਹੜਾ ਇਹ ਸਮਾਂ ਉਹਨੂੰ ਕੋਈ ਉਹ ਜਾਣਦਾ ਹੈ ਨਹੀਂ, ਇੱਥੇ ਬ੍ਰੇਕ ਲੱਗ ਜਾਂਦੇ ਨੇ ਸਾਰੀ ਦੁਨੀਆ ਦੇ। ਬ੍ਰਹਿਮੰਡ ਘੁੰਮ ਕੇ ਦੇਖ ਲਓ, ਸੰਸਕਾਰ ਤੋਂ ਬਿਨਾਂ ਕੁਝ ਨਹੀਂ ਪਤਾ। ਤਾਂ ਹੀ ਤਾਂ ਭਗਤ ਜੀ ਫਰਮਾਨ ਕਰਦੇ ਨੇ, ਕੌਣ ਮੁਆਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਕਹਿੰਦੇ ਕੌਣ ਮਰਿਆ ਭਾਈ, ਇਸ ਗੱਲ ਦੀ ਕੋਈ ਸਮਝ ਨਹੀਂ ਹੈ। ਬਸ ਸਰੀਰ ਨੂੰ ਦੇਖ ਕੇ ਹੀ ਰੋਣਾ ਪਿੱਟਣਾ ਜੀਵਾਂ ਦੇ ਪੱਲੇ ਪੈ ਜਾਂਦਾ ਹੈ, ਪਰ ਜੋ ਅਸਲੀਅਤ ਹੈ ਉਸ ਤੋਂ ਅਸੀਂ ਲੋਕ ਬਹੁਤ ਦੂਰ ਹਾਂ। ਸਾਧ ਸੰਗਤ ਜੀ, ਇਸ ਗੱਲ ਨੂੰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੁਨੀ ਚੰਦ ਕਹਿੰਦੇ ਤੈਨੂੰ ਪਤਾ ਤੇਰਾ ਬਾਪ ਕਿੱਥੇ ਹੈ? ਦੁਨੀ ਚੰਦ ਕਹਿੰਦਾ ਮਹਾਰਾਜ ਪਰਲੋਕ ਦੇ ਵਿੱਚ ਹੈ। ਕਹਿੰਦੇ ਪਤਾ ਤੈਨੂੰ ਇਸ ਗੱਲ ਬਾਰੇ? ਕਹਿੰਦੇ ਮਹਾਰਾਜ ਜੀ ਪਤਾ ਤਾਂ ਕੁਝ ਨਹੀਂ, ਆ ਜਿਹੜੇ ਲੋਕ ਵਿਦਵਾਨ ਲੋਕ ਜਿਹੜੇ ਜਲ ਪਾਣੀ ਛਕਦੇ ਨੇ ਇਹੀ ਵਿਚਾਰਾਂ ਦੱਸਦੇ ਨੇ। ਕਹਿੰਦੇ ਭਾਈ ਜਿਹੜੇ ਤੁਹਾਡੇ ਪਿਤਰ ਨੇ ਉਹ ਪਰਲੋਕ ਦੇ ਵਿੱਚ ਨੇ। ਤਾਂ ਹੀ ਗੁਰੂ ਮਹਾਰਾਜ ਦੀ ਗੁਰਬਾਣੀ ਫਰਮਾਨ ਕਰਦੀ ਹੈ, ਜੀਵਤ ਪਿਤਰ ਨਾ ਮਾਨੇ ਕਉ, ਮੋਏ ਸਰਾਧ ਕਰਾਹੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਸੀਗਾ। ਕਹਿੰਦੇ ਦੁਨੀ ਚੰਦ ਤੂੰ ਐਂ ਕਰ, ਤੂੰ ਆਹ ਥਾਲ ਚੱਕ ਸਾਡੇ ਵਾਲਾ, ਤੇਰੇ ਬਾਪ ਨੂੰ ਸਕਾ ਕੇ ਆਖ। ਪਹਿਲਾਂ ਸੰਗਤ ਗੱਜ ਕੇ ਆਖੋ ਸਤਨਾਮ। ਉਹ ਚਰਜ ਹੋ ਗਿਆ ਵੀ ਉਹਨਾਂ ਨੂੰ ਤਾਂ ਮਰਿਆ ਨੂੰ ਵਾਹਵਾ ਟਾਈਮ ਲੰਘ ਗਿਆ, ਹੁਣ ਮੇਰਾ ਬਾਪ ਕਿੱਥੋਂ ਆ ਗਿਆ? ਪਰ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ, ਉਹ ਇਸ ਗੱਲ ਦੇ ਜਾਣੂ ਨੇ, ਜਿਨ੍ਹਾਂ ਨੂੰ ਤ੍ਰੈਕਾਲਦਰਸ਼ੀ ਕਿਹਾ ਜਾਂਦਾ ਹੈ। ਸੰਗਤ ਗੱਜ ਕੇ ਆਖੋ ਸਤਨਾਮ। ਜੋ ਖੁਦ ਖੁਦਾ ਭਗਵਾਨ ਨੇ, ਭਾਵੇਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਾਮੇ ਵਿੱਚ ਆਏ ਹੋਏ ਨੇ, ਪਰ ਸਾਧ ਸੰਗਤ ਜੀ ਨਿਰੰਕਾਰ ਦੀ ਜੋਤ, ਇਹ ਗੱਲ ਕੌਣ ਆਖੇਗਾ? ਉਸ ਤੋਂ ਬਿਨਾ ਜਿਸ ਨੂੰ ਪਤਾ ਉਹੀ ਕਹੂਗਾ ਭਾਈ ਤੂੰ ਸਦਾ ਸਲਾਮਤ ਨਿਰੰਕਾਰ। ਬਾਕੀ ਆਵਣ ਜਾਣ ਵਾਲੀ ਚੀਜ਼ ਹੈ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਾ ਭਾਈ
ਦੁਨੀ ਚੰਦ ਚਰਜ ਹੋਈ, ਕਹਿੰਦਾ ਮਹਾਰਾਜ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੇਰਾ ਬਾਪ ਆ ਇਹ? ਕਹਿੰਦੇ ਤੂੰ ਫਿਕਰ ਨਾ ਕਰੋ, ਆਪੇ ਦੱਸੂਗਾ। ਕਹਿੰਦੇ ਮਹਾਰਾਜ ਕਿੱਥੇ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਫਲਾਣੀ ਜਗ੍ਹਾ ਚਲਿਆ ਜਾ, ਉੱਥੇ ਬਘਿਆੜ ਦੇ ਰੂਪ ਦੇ ਵਿੱਚ ਵਾਹਵਾ ਦਿਨ ਹੋ ਗਏ, ਹੁਣ ਭੁੱਖਾ ਹੈ, ਤੂੰ ਉਸ ਨੂੰ ਆਵਾਜ਼ ਮਾਰੀ, ਉਹ ਆਪਣੇ ਆਪ ਉੱਠ ਖਲੋ, ਆਪਣੇ ਆਪ ਹੀ ਉੱਠ ਜਾਏਗਾ। ਮਹਾਰਾਜ ਉਹ ਤਾਂ ਖੰਖਾਰੂ ਜਾਨਵਰ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਕੁਝ ਨਹੀਂ ਕਹਿੰਦਾ, ਤੂੰ ਇੱਕ ਵਾਰੀ ਆਵਾਜ਼ ਮਾਰੀ। ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਸੀਗਾ ਉੱਥੇ ਆਵਾਜ਼ ਮਾਰੀ ਜਾ ਕੇ, ਤਾਂ ਬਘਿਆੜ ਉਵਾਸੀਆਂ ਲੈ ਕੇ ਉੱਠਿਆ, ਸਾਹਮਣੇ ਤੱਕਿਆ ਕਿ ਦੁਨੀ ਚੰਦ ਖਲੋਤਾ ਹੈ। ਦੁਨੀ ਚੰਦ ਨੇ ਅੱਗੇ ਥਾਲ ਕੀਤਾ, ਭਾਵੇਂ ਉਹ ਮਾਸਾਹਾਰੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਜਿਹਦੇ ਹੋ ਜਾਵੇ, ਜਿਸ ਨੂੰ ਪਤਾ ਲੱਗ ਜੇ ਭਾਵੇਂ ਜਾਨਵਰ ਵੀ ਹੈ ਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋਈ ਹੈ, ਤਾਂ ਸਾਧ ਸੰਗਤ ਜੀ ਜਦੋਂ ਉਹ ਸਮਾਂ ਭਿੜਦਾ ਹੈ ਉਦੋਂ ਫਿਰ ਉਹ ਵਸਤੂ ਪ੍ਰਵਾਨ ਕੀਤੀ ਜਾਂਦੀ ਹੈ। ਜਦੋਂ ਸਾਹਮਣੇ ਦੇਖਿਆ, ਐਂ ਚੱਕ ਕੇ ਮੁੱਖ ਦੇ ਵਿੱਚ ਪ੍ਰਸਾਦ ਪਾਇਆ, ਪ੍ਰਸਾਦ ਛਕਣ ਸਾਰ ਉਹਦੀ ਆਤਮਾ ਸਰੀਰ ਤੋਂ ਵੱਖਰੀ ਹੋ ਗਈ। ਸੰਗਤ ਗੱਜ ਕੇ ਆਖੋ ਸਤਿਨਾਮ। ਇੱਕ ਗੱਲ ਦਾ ਖਿਆਲ ਰੱਖਣਾ ਬੜਾ ਜ਼ਰੂਰੀ ਹੈ ਕਿ 84 ਲੱਖ ਜੂਨ ਦੇ ਵਿੱਚ ਆਤਮਾ ਦਾ ਰੂਪ ਇੱਕੋ ਹੀ ਹੈ, ਬਾਦ ਘਾਟ ਨਹੀਂ ਹੈ। ਜਿਹੜਾ ਕੋਈ ਬਾਦ ਘਾਟ ਸਮਝੇ, ਵੈਸੇ ਤਾਂ ਸਾਰੀ ਦੁਨੀਆ ਇਸ ਗੱਲ ਨੂੰ ਬਾਦ ਘਾਟ ਇਹ ਸਮਝਦੀ ਹੈ। ਕਿਸੇ ਨੂੰ ਮਾੜਾ ਕਹਿਣਾ, ਕਿਸੇ ਨੂੰ ਚੰਗਾ ਕਹਿਣਾ, ਕੁੱਤੇ ਦੇ ਮਗਰ ਡੰਡਾ ਲੈ ਕੇ ਪੈ ਜਾਣਾ, ਇਹ ਕਿਸੇ ਦੇ ਵੱਸ ਦੀ ਗੱਲ ਨਹੀਂ। ਪਰਮਾਤਮਾ ਨੇ ਸਾਜਿਆ ਸੰਸਾਰ ਇਸ ਤਰੀਕੇ ਨਾਲ ਆ। ਜਦੋਂ ਜੀਵ ਆਤਮਾ ਵੱਖਰੀ ਹੋਈ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਐਸੀ ਕਿਰਪਾ ਹੋ ਗਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਪਹਿਲਾਂ ਉਹਦੇ ਪਿਓ ਦਾ ਸਰੀਰ ਸੀਗਾ ਉਹੀ ਸਾਹਮਣੇ ਖੜਾ ਕਰ ਦਿੱਤਾ। ਸੰਗਤ ਗੱਜ ਕੇ ਆਖੋ ਸਤਿਨਾਮ। ਜਿਵੇਂ ਸਾਹੇ ਦੇ ਵਿੱਚੋਂ ਮੁੱਲਾ ਖੱਤਰੀ ਖੜਾ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਵੇਲੇ, ਉਹੀ ਗੱਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀਤੀ। ਜਦੋਂ ਸਾਹਮਣੇ ਖੜਾ ਹੋਇਆ, ਜਦੋਂ ਉਹਨੇ ਸਾਹਮਣੇ ਦੇਖਿਆ ਵੀ ਇਹ ਤਾਂ ਮੇਰਾ ਪਿਤਾ ਜੀ ਆ, ਕਹਿੰਦੇ ਪਿਤਾ ਜੀ ਤੁਸੀਂ ਆਹੀ ਤਾਂ ਇੰਨੇ ਸਾਲ ਹੋ ਗਏ ਘਰ ਦੇ ਵਿੱਚ ਹਰ ਸਾਲ ਭੰਡਾਰਾ ਕਰਦੇ ਆ ਆਪ ਜੀ ਦੇ ਨਾਮ ਦਾ, ਪਰ ਤੁਸੀਂ ਇੱਥੇ ਭੁੱਖੇ, ਤੁਸੀਂ ਤਾਂ ਬੜੇ ਅਧਿਆਤਮਕਵਾਦੀ ਸੀਗੇ, ਤੁਹਾਨੂੰ ਕਿਵੇਂ ਇਹ
ਜਾਮਾ ਮਿਲਿਆ। ਦੁਨੀ ਚੰਦ ਦਾ ਪਿਓ ਆਖਣ ਲੱਗਿਆ, ਕਹਿੰਦਾ ਦੁਨੀ ਚੰਦ ਭਾਈ ਦੁਨੀਆ ਦੇ ਵਿੱਚ ਇੱਕ ਗੱਲ ਯਾਦ ਰੱਖਿਓ, ਜਿਹੋ ਜੀ ਇਨਸਾਨ ਦੀ ਮਨਸਾ ਹੋਵੇਗੀ ਵੈਸਾ ਹੀ ਉਹਨੂੰ ਅਗਲਾ ਸਰੀਰ ਪ੍ਰਾਪਤ ਹੋਵੇਗਾ। ਸੰਗਤ ਗੱਜ ਕੇ ਆਖੋ ਸਤਿਨਾਮ। ਮਹਾਂਪੁਰਖ ਸੰਤ ਬਾਬਾ ਭਗਵਾਨ ਸਿੰਘ ਜੀ ਉਹ ਬਚਨ ਕਰਿਆ ਕਰਦੇ, ਕਹਿੰਦੇ ਭਾਈ ਅਗਲਾ ਜਾਮਾ ਇਨਸਾਨ ਹੁਣ ਤਿਆਰ ਕਰ ਰਿਹਾ। ਜੈਸੇ ਕਰਮ ਹੋਣਗੇ ਵੈਸਾ ਹੀ ਸਰੀਰ ਪ੍ਰਾਪਤ ਹੋਵੇਗਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਇਸ ਨੂੰ ਲਿਖਿਆ ਹੈ, ਕਰਮੀ ਆਵੇ ਕੱਪੜਾ ਨਾਦਰੀ ਮੋਖ ਦੁਆਰ। ਕਰਮਾਂ ਦੇ ਨਾਲ ਸਰੀਰ ਮਿਲਦਾ ਹੈ। ਕਹਿੰਦੇ ਗਵਾਂਢੀਆਂ ਦੇ ਘਰਾਂ ਜਿਹੜੇ ਆਪਾਂ ਕਹਿ ਦਿੰਦੇ ਆ ਨਾ ਵੀ ਜੋ ਮਰਜ਼ੀ ਸ਼ਖਸ ਖਾ ਲਓ, ਗੁਆਂਢੀਆਂ ਨੇ ਗੋਸ਼ਤ ਰਿੰਨਣਾ ਰੱਖਿਆ ਹੋਇਆ। ਹੁਣ ਜਿੱਥੇ ਇਹ ਚੀਜ਼ ਰਿੰਨੀ ਜਾਂਦੀ ਹੈ, ਜੋ ਉਸ ਦੀ ਭਾਂਪ ਹੈ ਉੱਡਦੀ ਆ ਹਵਾ ਦੇ ਵਿੱਚ, ਉਹਦਾ ਅਸਰ ਲੈ ਕੇ ਉੱਡਦੀ ਆ। ਜਦੋਂ ਕੋਈ ਮਨੁੱਖ ਦੇ ਕੋਲੇ ਪਹੁੰਚਦੀ ਹੈ ਉਹ ਹਵਾ, ਹੁੰਦੀ ਤਾਂ ਹਵਾ, ਪਰ ਉਹ ਜਿਹੜਾ ਅਸਰ ਹੈ ਗੋਸ਼ਤ ਦਾ ਉਹ ਨਾਲ ਲੈ ਕੇ ਜਾਂਦੀ ਆ। ਸੰਗਤ ਗੱਜ ਕੇ ਆਖੋ ਸਤਿਨਾਮ। ਇੰਨਾ ਤਾਂ ਤੁਸੀਂ ਆਪੇ ਜਾਣਦੇ ਹੋ, ਕਿਤੇ ਗੰਦਗੀ ਦਾ ਢੇਰ ਲੱਗਿਆ ਹੋਵੇ, ਆਪਾਂ ਮੂੰਹ ਢੱਕ ਕੇ ਉੱਥੇ ਨੂੰ ਲੰਘਦੇ ਹਾਂ, ਕਿਉਂਕਿ ਉੱਥੇ ਦੀ ਹਵਾ ਐਸੀ ਹੁੰਦੀ ਹੈ। ਉਸ ਹਵਾ ਦਾ ਕੋਈ ਨੁਕਸ ਨਹੀਂ, ਨੁਕਸ ਮਿਲਾਵਟ ਦਾ ਹੈ। ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਉਹ ਕਹਿੰਦੇ ਵੀ ਜਦੋਂ ਗੁਆਂਢੀਆਂ ਦੇ ਗੋਸ਼ਤ ਰਿੱਝ ਰਿਹਾ ਸੀਗਾ ਤਾਂ ਉਹਦੀ ਹਵਾ ਜਦੋਂ ਉਹਦੀ ਭਾਂਪ ਉੱਪਰ ਨੂੰ ਬਣ ਕੇ ਉੱਡੀ, ਉਹ ਕੁਦਰਤੀ ਉਹ ਹਵਾ ਮੇਰੇ ਕੋਲ ਨੂੰ ਲੰਘੀ ਤਾਂ ਮੈਨੂੰ ਉਹਦੇ ਵਿੱਚੋਂ ਉਸ ਗੋਸ਼ਤ ਦੀ ਵਾਸਨਾ ਆਈ। ਸੰਗਤ ਗੱਜ ਕੇ ਆਖੋ ਸਤਿਨਾਮ। ਜਿਵੇਂ ਤੜਕਾ ਲੱਗਦਾ ਹੁੰਦਾ, ਦੂਰ ਦੂਰ ਪਤਾ ਲੱਗ ਜਾਂਦਾ ਵੀ ਪਤੀਲੇ ਵਿੱਚ ਕੁਝ ਪਾਇਆ ਹੋਇਆ। ਕਹਿੰਦੇ ਕੁਦਰਤੀ ਜਦੋਂ ਵਾਸਨਾ ਮੇਰੇ ਅੰਦਰ ਆਈ ਤਾਂ ਮੇਰਾ ਮਨ ਅੰਦਰੋਂ ਮੇਰੇ ਮਨ ਨੇ ਚਾਹਿਆ ਉੱਡ ਗਿਆ। ਜਦੋਂ ਧਰਮਰਾਜੇ ਦੇ ਕੋਲ ਪਹੁੰਚਿਆ, ਧਰਮਰਾਜ ਕਹਿੰਦਾ ਬਈ ਤੇਰੀ ਵਾਸਨਾ ਦੇ ਕਾਰਨ ਕਰਕੇ ਤੇਰੀ ਵਾਸਨਾ ਤੈਨੂੰ ਲੈ ਕੇ ਜਾ ਰਹੀ ਹੈ ਉਸ ਜਾਮੇ ਦੇ ਵਿੱਚ, ਹੁਣ ਤੂੰ ਆਪਣੀ ਪੂਰੀ ਕਰੋ। ਇਸ ਕਰਕੇ ਕਹਿੰਦੇ ਉਸ ਦਿਨਾਂ ਤੋਂ ਮੇਰਾ ਜਨਮ ਇਸ ਜਾਨਵਰਾਂ ਦੇ ਵਿੱਚ ਹੋਇਆ। ਮੈਂ ਬਹੁਤ ਮਾਰ ਕੇ ਜੰਗਲਾਂ ਦੇ ਵਿੱਚੋਂ ਜਾਨਵਰ ਖਾਧੇ ਨੇ, ਪਰ ਹੁਣ ਮੈਂ ਬੇਵੱਸ ਹੋ ਗਿਆ। ਹੁਣ ਮੈਂ ਕਈ ਦਿਨਾਂ ਤੋਂ ਭੁੱਖਾ ਸੀਗਾ। ਕਹਿੰਦੇ ਇਤਨੇ ਲੋਕ ਤੇਰੇ ਦਰਵਾਜ਼ੇ ਦੇ ਮੂਹਰੇ ਆ ਕੇ ਸਕੀ ਜਾਂਦੇ ਨੇ, ਪਰ ਅੱਜ ਤੱਕ ਕਿਸੇ ਨੇ ਮੇਰੀ ਸਾਰ ਨਹੀਂ ਲਈ। ਸੰਗਤ ਗੱਜ ਕੇ ਆਖੋ ਸਤਿਨਾਮ।
ਤੇਰੇ ਘਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੇ। ਉਹਨਾਂ ਨੇ ਅਜੇ ਆਪ ਭੋਜਨ ਨਹੀਂ ਛਕਿਆ। ਛਕਣ ਤੋਂ ਪਹਿਲਾਂ ਉਹਨਾਂ ਨੇ ਮੇਰੀ ਮੁਕਤੀ ਕਰ ਦਿੱਤੀ ਹੈ। ਮੁਕਤੀ ਦਾ ਅਸਲੀ ਅਰਥ ਹੈ ਸਾਧ ਸੰਗਤ ਜੀ, ਇਹ ਦੁਨੀਆ ਦੇ ਚੱਕਰ ਦੇ ਵਿੱਚੋਂ ਮੁਕਤ ਹੋ ਜਾਣਾ। ਸੰਗਤ ਗੱਜ ਕੇ ਆਖੋ ਸਤਿਨਾਮ। ਜੋ ਮਾਇਆ ਦਾ ਮੰਡਲ ਹੈ, ਇਹਦੇ ਵਿੱਚੋਂ ਮੁਕਤ ਹੋ ਜਾਣਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਤੈਸਾ ਹਰਕ ਤੈਸਾ ਸੋਗ, ਸਦਾ ਅਨੰਤ ਨਹੀਂ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅਮਰ ਤੈਸੀ ਵੀ ਖਾਟੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਕਹਿੰਦੇ ਭਾਈ ਐਸੀ ਬਿਰਤੀ ਹੋਵੇ, ਇੱਕ ਪਾਸੇ ਸੋਨਾ ਪਿਆ ਹੋਵੇ, ਇੱਕ ਪਾਸੇ ਮਿੱਟੀ ਹੋਵੇ, ਕਿਹਨੂੰ ਹੱਥ ਪਾਵਾਂਗੇ? ਕਹਿਣ ਤੋਂ ਭਾਵ ਉਹ ਇਹਨਾਂ ਵਸਤੂਆਂ ਤੋਂ ਉੱਪਰ ਉੱਠ ਜਾਣਾ। ਬਿਰਤੀ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜ ਲੈਣਾ। ਵੈਸੇ ਇਹ ਮਹਾਂਪੁਰਖਾਂ ਦੀ ਕਿਰਪਾ ਤੋਂ ਬਿਨਾਂ ਨਹੀਂ, ਗੁਰ ਪੀਰਾਂ ਦੀ ਰਹਿਮਤ ਤੋਂ ਬਿਨਾਂ ਨਹੀਂ, ਇਹ ਗੁਰੂ ਜੀ ਕਿਰਪਾ ਕਰਦੇ ਨੇ। ਨਹੀਂ ਸਾਧ ਸੰਗਤ ਜੀ, ਅਸੀਂ ਮਾਇਆ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰਕੇ ਚਲੇ ਜਾਂਦੇ ਆ। ਉਹਦੇ ਕਾਰਨ ਕਰਕੇ ਫਿਰ ਅੱਗੇ ਤੇ ਅੱਗੇ ਸਰੀਰ, ਉੱਥੇ ਕਿਹੜਾ ਘਾਟਾ ਕੋਈ ਵੀ ਫਲਾਣੀ ਚੀਜ਼ ਮੁੱਕ ਗਈ ਆ, ਹੁਣ ਫੈਕਟਰੀ ਬੰਦ ਹੋ ਗਈ। ਸੰਗਤ ਗੱਜ ਕੇ ਆਖੋ ਸਤਿਨਾਮ। ਨਹੀਂ, ਉਹਦਾ ਸਾਰਾ ਕੁਛ ਆਪੇ ਆਪ ਆ ਨਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਉੱਥੇ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰ ਨੇ, ਜਲ ਥਲ ਮਹੀਅਲ ਸੋਏ। ਕੋਈ ਉੱਥੇ ਇਹਨਾਂ ਗੱਲਾਂ ਦੀ ਕੋਈ ਇਹ ਨਹੀਂ ਹੈਗਾ ਵੀ ਫਲਾਣੀ ਜਗ੍ਹਾ ਤੇ ਆਹ ਚੀਜ਼ ਨਹੀਂ ਮਿਲਣੀ, ਫਲਾਣੀ ਜਗ੍ਹਾ ਤੇ ਆਹ ਚੀਜ਼ ਨਹੀਂ ਮਿਲਣੀ। ਨਹੀਂ, ਆਪਾਂ ਨੂੰ ਪਤਾ ਹੀ ਨਹੀਂ ਵੀ ਕਦੋਂ ਫਿੱਟ ਕਰ ਦੇਣੀਆਂ ਸੁਰਤ ਉਸਨੇ। ਸੰਗਤ ਗੱਜ ਕੇ ਆਖੋ ਸਤਿਨਾਮ। ਆਤਮਾ ਕਿਹੜੇ ਜਾਮੇ ਵਿੱਚ ਫਿੱਟ ਹੋ ਜਾਣੀ ਆਪਾਂ ਨੂੰ ਕੋਈ ਪਤਾ ਨਹੀਂ। ਜਿਹੋ ਜਿਹਾ ਜਾਮਾ ਮਿਲ ਗਿਆ ਉਹ ਜਿਹੇ ਆਨੰਦ ਨਾਲ ਪ੍ਰਾਪਤ ਹੋਵੇਗਾ। ਇਸ ਕਰਕੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਕਰਦਾ ਹੋਇਆ ਦੁਨੀ ਚੰਦ ਦਾ ਪਿਤਾ ਕਹਿੰਦਾ, ਦੁਨੀ ਚੰਦ ਹੁਣ ਸਮਾਂ ਸਾਂਭਲਾ ਤੂੰ ਜਾ ਕੇ ਘਰ, ਮੁੜ ਕੇ ਨਹੀਂ ਤੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਿਲਣੇ, ਤੇਰੇ ਪੂਰਬਲੇ ਕਰਮ ਨੇ। ਸਾਧ ਸੰਗਤ ਜੀ, ਸਮਾਂ ਬੜਾ ਸੀਮਤ ਹੈ। ਚੰਗੇ ਭਾਗਾਂ ਦੇ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਗੁਰੂਆਂ ਦਾ। ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ, ਸੰਗ ਹੋਇਆ ਗੁਰੂਆਂ ਦਾ।
ਚੰਗੇ ਕਰਮਾਂ ਦੀ ਨਿਸ਼ਾਨੀ ਮਨਾ ਮੇਰੇ ਆਵੇ ਸੰਗ ਹੋਇਆ ਗੁਰੂਆਂ ਦਾ। ਭਾਗਾਂ ਦੀ ਨਿਸ਼ਾਨੀ ਮਨਾ ਮੇਰਿਆ ਸੰਗ ਹੋਇਆ ਗੁਰੂਆਂ ਦਾ। ਵੱਡੇ ਭਾਗ ਨੇ, ਜਾ ਦੇਖੀ ਕਿਤੇ ਭੁੱਲ ਨਾ ਜਾਈ। ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਦੇ ਪਾਤਸ਼ਾਹ ਫਰਮਾਨ ਕਰਦੇ ਨੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੇ। ਉਹ ਆਤਮਾ ਅਲੋਪ ਹੋ ਗਈ, ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਭੇਦ ਹੋ ਗਈ। ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਭਰਿਆ ਰੇ। ਜਿਨ੍ਹਾਂ ਦੀ ਕਿਰਪਾ ਹੋ ਜਾਵੇ। ਕੁਛ ਹਿੰਸਾ ਆਪਣਾ ਬਣਦਾ ਹੈ, ਆਪਾਂ ਜਿੰਨਾ ਮਰਜ਼ੀ ਯਤਨ ਕਰ ਲਈਏ, ਪਰ ਜਦੋਂ ਪਰਮਾਤਮਾ ਨੇ ਆਪਾਂ ਨੂੰ ਆਪਣੇ ਨਾਲ ਜੋੜਨਾ ਤਾਂ ਪਰਮਾਤਮਾ ਦੇ ਨਾਲ ਸਪਰਸ਼ ਹੋਣਾ ਬੜਾ ਜ਼ਰੂਰੀ ਹੈ। ਸੰਗਤ ਗੱਜ ਕੇ ਆਖੋ ਸਤਿਨਾਮ। ਉਹ ਤਦੇ ਹੋਵੇਗਾ ਜੇ ਪਰਮਾਤਮਾ ਸਾਨੂੰ ਆਪਣੇ ਨਾਲ ਜੋੜੇਗਾ। ਉਦੋਂ ਤੱਕ ਇੱਕ ਮਨ ਇੱਕ ਚਿੱਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਆਪਣੇ ਧਰ ਕੇ ਆਪਣੀ ਲਾਈਨ ਬਣਾ ਕੇ ਚੱਲੀਏ। ਬਾਬਾ ਫਰੀਦ ਜੀ ਕਿੰਨੇ ਸਾਲ ਚੱਲੇ, ਧਰੋਂ ਭਗਤ ਜੀ ਕਿੰਨੇ ਕਸ਼ਟ ਸਹਾਰਨੇ ਪਏ। ਸਾਖੀਆਂ ਤੇ ਵਿਚਾਰਾਂ ਉਦੋਂ ਬਣਦੀਆਂ ਨੇ ਜਦੋਂ ਕਿਸੇ ਪ੍ਰਾਣੀ ਦਾ ਜੀਵਨ ਲੱਗ ਜਾਂਦਾ ਹੈ। ਸੰਗਤ ਗੱਜ ਕੇ ਆਖੋ ਸਤਿਨਾਮ। ਗੱਲਾਂ ਬਾਤਾਂ ਨਾਲ ਨਹੀਂ, ਰਹੋ ਵਿਚਾਰ। ਜਦੋਂ ਰਾਹ ਦੇ ਵਿੱਚ ਆਏ ਆ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਦੇਖੋ ਮਾਇਆ ਦਾ ਪਰਦਾ ਕੈਸਾ ਹੈ। ਉਹ ਜਿਹੜੀ ਵਸਤੂ ਉਹਦੇ ਪਿਤਾ ਨੇ ਆਖੀ, ਉਹ ਮਾਇਆ ਦਾ ਪਰਦਾ ਪੈ ਗਿਆ। ਨਮਸਕਾਰ ਕਰਕੇ ਫਿਰ ਆਪਣੀ ਵਡਿਆਈ, ਕਿਉਂਕਿ ਬਹੁਤ ਧਨ ਦੌਲਤ ਦਾ ਮਾਲਕ ਸੀਗਾ, ਕੌਰੂ ਬਾਦਸ਼ਾਹ ਵਾਂਗੋਂ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਈ ਇਹ ਤਾਂ ਫਿਰ ਮਾਇਆ ਦੇ ਵਿੱਚ ਇਹਦੀ ਬਿਰਤੀ ਆ ਗਈ ਹੈ, ਇਹਨੂੰ ਕਿਵੇਂ ਕੱਢੀਏ ਹੁਣ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਖੇਲ ਰਚੀ। ਕਹਿੰਦੇ ਦੁਨੀ ਚੰਦ ਆ ਫੜ ਭਾਈ ਇੱਕ ਸੂਈ। ਕਹਿੰਦੇ ਮਹਾਰਾਜ ਇਹ, ਕਹਿੰਦੇ ਤੇ ਦਰਗਾਹ ਦੇ ਵਿੱਚ ਲਿਆਂਗੇ। ਜਦੋਂ ਘਰ ਗਿਆ, ਕਹਿੰਦੇ ਫਕੀਰਾਂ ਨੇ ਇੱਕ ਦਾਤ ਬਖਸ਼ੀ ਹੈ। ਉਹਦੇ ਘਰ ਵਾਲੀ ਕਹਿੰਦੀ, ਕਹਿੰਦੇ ਤੂੰ ਸੂਈ ਚੱਕੀ ਫਿਰਦਾ, ਕਿਹੜੇ ਹੱਥ ਵਿੱਚ ਫੜ ਕੇ ਲੈ ਕੇ ਜਾਵੇਂਗਾ। ਸੰਗਤ ਗੱਜ ਕੇ ਆਖੋ ਸਤਿਨਾਮ। ਕਹਿੰਦੇ ਕੀ ਗੱਲ। ਕਹਿੰਦੇ ਇੱਕ ਤੂੰ ਹੀ ਨਹੀਂ, ਇਹ ਤਾਂ ਰਾਹ ਤੁਰਿਆ ਜਾਂਦਾ ਹੈ। ਜਦੋਂ ਕੋਈ ਪ੍ਰਾਣੀ ਸਰੀਰ ਛੱਡਦਾ, ਸਰੀਰ ਨੂੰ ਆਪਾਂ ਇੱਥੋਂ
ਕੋਈ ਸੰਸਕਾਰ ਕਰ ਦਿੰਦਾ ਹੈ, ਕੋਈ ਦਫਨਾ ਦਿੰਦਾ ਹੈ, ਕੋਈ ਕਿਵੇਂ ਕੋਈ ਕਿਵੇਂ। ਇਹ ਸੂਈ ਦਾ ਤੂੰ ਕੀ ਕਰੇਗਾ? ਇਹ ਕੋਈ ਫਕੀਰਾਂ ਦੀ ਰਮਜ ਹੈ, ਦੁਬਾਰੇ ਜਾ ਤੂੰ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਦੁਬਾਰੇ ਆਇਆ। ਕਹਿੰਦੇ ਮਹਾਰਾਜ ਆਪ ਜੀ ਨੇ ਮੈਨੂੰ ਸੂਈ ਬਖਸ਼ੀ ਹੈ, ਪਰ ਨਾਲ ਸਰੀਰ ਵੀ ਨਹੀਂ ਜਾਣਾ, ਸੂਈ ਕਿਵੇਂ ਲੈ ਕੇ ਜਾਊਂਗਾ? ਫਿਰ ਗੁਰੂ ਮਹਾਰਾਜ ਨੇ ਸਮਝਾਇਆ, ਕਹਿੰਦੇ ਦੁਨੀ ਚੰਦ, ਜਿਹੜੇ ਤੇਰੇ ਮਕਾਨ ਦੇ ਉੱਤੇ ਝੰਡੇ ਝੂਲਦੇ ਨੇ, ਇਹ ਧਨ ਦੌਲਤ ਦੇ, ਇਹਦਾ ਕੀ ਕਰੇਗਾ ਤੂੰ? ਕਹਿੰਦੇ ਮਹਾਰਾਜ ਮੈਂ ਕੀ ਕਰਾਂ? ਕਹਿੰਦੇ ਗਰੀਬਾਂ ਦੇ ਵਿੱਚ ਵੰਡ ਦੇ, ਗਰੀਬਾਂ ਦੇ ਵਿੱਚ ਵੰਡ। ਫਿਰ ਇਹ ਤੇਰੀ ਮਾਇਆ ਦਾ ਜਿਹੜਾ ਅਸਰ ਹੋਵੇਗਾ ਦਰਗਾਹ ਦੇ ਵਿੱਚ, ਇਹ ਪੁੰਨ ਦੇ ਵਿੱਚ ਬਦਲ ਜਾਵੇਗਾ। ਸੰਗਤ ਗੱਜ ਕੇ ਆਖੋ ਸਤਿਨਾਮ। ਗੁਰੂ ਮਹਾਰਾਜ ਜੀ ਕਹਿੰਦੇ ਇਹ ਇਕੱਲਾ ਕਹਿਣ ਨੂੰ ਨਹੀਂ ਹੈ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਇੱਥੇ ਦਾ ਬੀਜਿਆ ਹੋਇਆ ਫਿਰ ਭਾਈ ਕਹਿੰਦੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਮੋਹਰ ਲਾਉਂਦੇ ਨੇ, ਕਿਸੇ ਨੂੰ ਵਰਗਲਾਉਣ ਵਾਸਤੇ ਨਹੀਂ, ਕਿਸੇ ਦਾ ਜੀਵਨ ਤੋਂ ਲਾਹਾ ਲੈਣ ਵਾਸਤੇ ਨਹੀਂ। ਇਹ ਸਾਧ ਸੰਗਤ ਜੀ ਗੁਰਬਾਣੀ ਆ, ਇਹ ਜੀਵ ਦਾ ਭਲਾ ਕਰਦੀ ਹੈ। ਜਦੋਂ ਗੁਰਬਾਣੀ ਨੂੰ ਸਮਝਾਇਆ ਜਾਂਦਾ ਹੈ ਤਾਂ ਮਨ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋ ਜਾਂਦੇ ਨੇ। ਵੈਸੇ ਤਾਂ ਨਹੀਂ ਹੁੰਦੇ, ਪਰ ਜਿਨ੍ਹਾਂ ਨੇ ਨੇੜੇ ਨਹੀਂ ਲੱਗਣਾ ਹੁੰਦਾ ਉਹ ਆਪਣਾ ਰਾਹ ਵੱਖਰਾ ਕੱਢੇ ਲੈਂਦੇ ਨੇ। ਸੰਗਤ ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜਿਵੇਂ ਅੱਜ ਸਾਡੇ ਭਾਰਤ ਦੇ ਵਿੱਚ ਕਿਸਾਨ ਭਰਾ ਬੈਠੇ ਨੇ, ਉਹਨਾਂ ਦੀ ਗੱਲ ਤਾਂ ਹੋਰ ਕੋਈ ਆ, ਪਰ ਜਿਹੜੇ ਅੱਗੇ ਨੁਮਾਇੰਦੇ ਨੇ ਉਹਨਾਂ ਨੂੰ ਹੋਰ ਪਾਸੇ ਉਲਝਾਈ ਫਿਰਦੇ ਨੇ। ਸੰਗਤ ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇਹ ਤਾਂ ਅੱਤਵਾਦੀ ਨੇ, ਇਹਨਾਂ ਨੂੰ ਤਾਂ ਪਾਕਿਸਤਾਨ ਚਲਾ ਰਿਹਾ, ਇਹਨਾਂ ਨੂੰ ਤਾਂ ਚਾਈਨਾ ਚਲਾ ਰਿਹਾ। ਇਹਨਾਂ ਨੂੰ ਪੈਸੇ ਕਿੱਥੇ ਆਉਂਦੇ ਨੇ? ਜਿਸ ਗੱਲ ਦਾ ਜਵਾਬ ਕਿਸਾਨ ਮੰਗਦੇ ਨੇ ਉਹ ਨਹੀਂ ਦੇਣਾ, ਹੋਰ ਟੁੱਚਰਾ ਉਡਾਉਂਦੇ ਨੇ। ਨਾਲੇ ਪਤਾ ਇਸ ਗੱਲ ਦਾ, ਇਹ ਤਾਂ ਗੱਲ ਨਾਲ ਲਾਈ ਆ ਕਿ ਉਸ ਗੱਲ ਤੇ ਵਿਚਾਰ ਨਹੀਂ ਕਰਨੀ ਜੋ ਮੁੱਖ ਕੇਂਦਰ ਹੈ। ਆਪਣੇ ਕੋਲੋਂ ਗੱਲਾਂ ਬਣਾ ਬਣਾ ਕੇ ਉਹਨਾਂ ਤੇ ਇਲਜ਼ਾਮ ਲਾਣੇ ਨੇ। ਸੰਗਤ ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇਸ ਕਰਕੇ ਜਦੋਂ ਗੁਰਬਾਣੀ ਸਮਝ ਆਉਂਦੀ ਹੈ ਫਿਰ ਇਨਸਾਨ ਸਿੱਧੇ ਰਸਤੇ ਪੈਂਦਾ। ਜਿਹਨੇ ਸਿੱਧੇ ਰਸਤੇ ਨਹੀਂ ਪੈਣਾ ਉਹ ਫਿਰ ਸਾਧ ਸੰਗਤ ਜੀ ਗੁਰਬਾਣੀ ਤੇ ਵੀ ਐਂ ਕਿਵੇਂ ਹੋ ਜਾਏਗਾ? ਫਿਰ ਇਹੋ ਜਿਹੇ ਅੱਗੇ ਦੇ ਸਵਾਲ ਮਿਲਦੇ ਨੇ। ਇਸ ਕਰਕੇ ਪਿਆਰੀ ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੁਨੀ ਚੰਦ ਭਾਈ, ਇਸ ਮਾਇਆ ਨੂੰ ਜਿਹੜੀ ਗੁਰੂ ਦੀ ਗੋਲਕ ਹੈ ਉਹ ਗਰੀਬ ਦਾ ਮੂੰਹ ਹੈ ਭਾਈ। ਇਹ ਸਾਰਿਆਂ ਨੂੰ ਤੂੰ ਵੰਡ ਦੇ, ਫਿਰ ਤੇਰੀ ਇਸ ਮਾਇਆ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਆਪ ਹੋਵੇਗਾ। ਸੰਗਤ ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਇਹ ਤੇਰਾ ਪੁੰਨ ਬੀਜਿਆ ਹੋਇਆ,
ਫਿਰ ਤੈਨੂੰ ਦਰਗਾਹ ਦੇ ਵਿੱਚ ਕੰਮ ਆਵੇਗਾ। ਇਸ ਕਰਕੇ ਆਓ ਪਿਆਰੀ ਸਾਧ ਸੰਗਤ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ, ਫਿਰ ਸਾਨੂੰ ਸਤ ਸੰਗਤ ਦੀ ਸਮਝ ਆਉਂਦੀ ਹੈ, ਫਿਰ ਸਾਨੂੰ ਨਾਮ ਦੀ ਮਹਿਮਾ ਦਾ ਪਤਾ ਚੱਲਦਾ ਹੈ। ਇਹੀ ਨਾਮ ਦੀ ਮਹਿਮਾ ਫਿਰ ਮਹਾਂਪੁਰਖਾਂ ਦੇ ਹਿਰਦੇ ਵਿੱਚ ਵਸਦੀ ਹੈ। ਉਹ ਹਿਰਦੇ ਰਾਹੀਂ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਕੀ ਸੰਗਤ ਨੂੰ ਜੋ ਗੁਰੂ ਦੀ ਦਾਤ ਹੈ ਉਹ ਵਰਤਾਉਂਦੇ ਨੇ, ਜਿਹਦੇ ਨਾਲ ਫਿਰ ਦੁਨੀਆ ਦਾ ਭਲਾ ਹੁੰਦਾ ਹੈ। ਇਸ ਕਰਕੇ ਆਓ, ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਤੇ, ਇਹਨਾਂ ਦੇ ਪਰਿਵਾਰ ਤੇ, ਜੋ ਮਹਾਂਪੁਰਖਾਂ ਨਾਲ ਜੁੜੇ ਹੋਏ ਨੇ, ਹਰ ਸਾਲ ਮਹਾਂਪੁਰਖਾਂ ਦੀ ਯਾਦ ਮਨਾਉਂਦੇ ਨੇ ਅਤੇ ਆਪਣੇ ਗ੍ਰਹਿ ਵਿਖੇ ਗੁਰੂ ਕੀ ਸੰਗਤ ਸਤਨਾਮ ਦਾ ਵਾਜਾ ਸਾਰੇ ਲੋਕਾਂ ਵਾਸਤੇ ਸਾਧ ਸੰਗਤ ਜੀ ਆਪਣੇ ਗ੍ਰਹਿ ਵਿਖੇ ਕਰਵਾਉਂਦੇ ਨੇ। ਇਸੇ ਵਿੱਚ ਹੀ ਭਲਾਈ ਹੈ। ਉਹ ਹੁਣ ਅੱਗੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮਹਾਂਪੁਰਖਾਂ ਦਾ ਸੰਤ ਬਾਬਾ ਬਲਜੀਤ ਸਿੰਘ ਜੀ ਅਤੇ ਸਾਡੇ ਬੜੇ ਪੁਰਾਣੇ ਮਿੱਤਰ ਭਾਈ ਲਾਲ ਸਿੰਘ ਜੀ ਅੱਜ ਕੁਦਰਤੀਓਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਮਿਲੇ। ਬਾਬਾ ਸਰਪੰਚ ਜਸਵਿੰਦਰ ਸਿੰਘ ਜੀ, ਭਾਈ ਰਾਗੀ ਜਸਵਿੰਦਰ ਸਿੰਘ, ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੀਰਤਨ ਦੀਆਂ, ਸੋ ਸਾਰਿਆਂ ਦਾ ਧੰਨਵਾਦ। ਇਸੇ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਦਾਤ ਬਖਸ਼ਦੇ ਰਹਿਣ, ਗੁਰੂ ਕੀ ਸੰਗਤ ਹੁੰਦੀ ਰਹੇ, ਇਸੇ ਵਿੱਚ ਹੀ ਭਲਾਈ ਹੈ। ਆਓ ਹੁਣ ਆਪਾਂ ਸ਼ਲੋਕ ਪੜ੍ਹੀਏ, ਉਸ ਤੋਂ ਬਾਅਦ ਫਿਰ ਸਮਾਪਤੀ ਹੈ ਭਾਈ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕਰ ਕਿਰਪਾ ਹਰ ਨਾਮ ਦਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਜੋ ਚਾਹਤ ਸੋਈ ਮਨ ਪਾਇਓ। ਕਰ ਕਿਰਪਾ ਹਰ ਨਾਮ ਦਵਾਇਓ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ